बिस्मिल्लाहिर्रहमानिर्रहीम। अस्सलाम वालेकुम नादरीन। नादरीन, ਅੱਜ ਅਸੀਂ ਰੋਈ ਦੇ ਇੱਕ ਇਲਾਕੇ ਯਜ਼ਮਾਨ ਚ ਮੌਜੂਦ ਹਾਂ ਤੇ ਇਹ ਸਾਰਾ ਇਲਾਕਾ ਯਜ਼ਮਾਨ ਤਹਿਸੀਲ ਬਹਾਵਲਪੁਰ ਦੀ ਹੈ, ਉਹਦੇ ਅੰਡਰ ਆਂਦਾ। ਤੇ ਅੱਜ ਅਸੀਂ ਤੁਹਾਨੂੰ ਰੋਈ ਦੇ ਇਲਾਕੇ ਦੀ ਜ਼ਿੰਦਗੀ ਦੇ ਬਾਰੇ ਚ ਦੱਸਣੇ ਆ ਕਿ ਰੋਈ ਦੀ ਜਿਹੜੀ ਜ਼ਿੰਦਗੀ ਹੈ, ਰੋਈ ਦੇ ਜਿਹੜੇ ਲੋਕ ਨੇ, ਉਹਨਾਂ ਦਾ ਗੁਜ਼ਰ ਬਸਰ ਕਿਸ ਤਰੀਕੇ ਹੁੰਦਾ। ਨਾਜ਼ਰੀਨ, ਇਹ ਮੇਰੇ ਪਿੱਛੇ ਅਗਰ ਤੁਸੀਂ ਦੇਖੋ ਤੇ ਕਪਾਹ ਦੀ ਕਾਸ਼ ਕੀਤੀ ਹੈ, ਨਰਮੇ ਦੀ ਕਾਸ਼ ਤੇ ਇੱਥੇ ਸਾਰੇ। ਉਸ ਤੋਂ ਇਲਾਵਾ ਇੱਥੇ ਚਾਰਾਂ ਜਾਂ ਬੀਜੇ ਹੋਏ ਨੇ। ਅਗਰ ਆਪਾਂ ਇੱਧਰਲੀ ਸਾਈਡ ਤੇ ਚੱਲੀਏ ਤੇ ਆਜੋ, ਤੁਹਾਨੂੰ ਇੱਥੇ ਇੱਕ ਫਾਰਮ ਬਣਿਆ ਹੋਇਆ, ਉਹਦਾ ਵਿਜ਼ਿਟ ਕਰਵਾਉਂਦੇ ਆ। ਇਸ ਸਾਈਡ ਤੇ ਸੋਲਰ ਪਲੇਟਾਂ ਲੱਗੀਆਂ ਨੇ। ਇੱਥੇ ਬਿਜਲੀ ਹੈ ਨਹੀਂ ਤੇ ਤਮਾਮ ਬਿਜਲੀ ਜਿਹੜੀ ਹੈ ਉਹ ਸੋਲਰ ਪਲੇਟਾਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਨਾਜ਼ਰੀਨ, ਇੱਥੇ ਤੁਸੀਂ ਰੋਈ ਦੀ ਜ਼ਿੰਦਗੀ ਦੇ ਬਾਰੇ ਚ ਸਾਡੇ ਇਸ ਵਲੌਗ ਦੇ ਵਿੱਚ ਦੇਖੋਗੇ। ਇਹ ਤੁਸੀਂ ਦੇਖ ਸਕਦੇ ਹੋ ਕਿ ਰੋਈ ਦੇ ਵਿੱਚ ਆਬਾਦ ਲੋਕਾਂ ਨੇ ਇੱਥੇ ਕਬੂਤਰ ਰੱਖੇ ਹੋਏ ਨੇ, ਕਬੂਤਰਾਂ ਦੇ ਖਾਸ ਪਿੰਜਰੇ ਤਿਆਰ ਕੀਤੇ ਨੇ ਤੇ ਇੱਥੇ ਇਹਨਾਂ ਕੋਲ ਮੁxtਲਿਫ ਕਿਸਮ ਦੇ ਕਬੂਤਰ ਮੌਜੂਦ ਨੇ। ਇਹ ਚੰਦ ਕਬੂਤਰ ਜਿਹੜੇ ਨੇ ਸਾਡੀ ਵੀਡੀਓ 'ਚ ਤੁਹਾਨੂੰ ਨਜ਼ਰ ਵੀ ਆ ਰਹੇ ਹੋਣਗੇ। ਉਸ ਤੋਂ ਇਲਾਵਾ ਅਗਰ ਅਸੀਂ ਕਬੂਤਰਾਂ ਤੋਂ ਅੱਗੇ ਜਾਈਏ ਤੇ ਇਸ ਜਗ੍ਹਾ ਤੇ ਮੱਝਾਂ ਗਾਵਾਂ ਦਾ ਇੱਕ ਬਹੁਤ ਬੜਾ ਫਾਰਮ ਵੀ ਇਹਨਾਂ ਨੇ ਬਣਾਇਆ ਹੋਇਆ। ਇਹ ਸਾਰਾ ਫਾਰਮ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੱਝਾਂ ਗਾਵਾਂ ਦਾ ਫਾਰਮ ਵੀ ਮੌਜੂਦ ਹੈ। ਇਹ ਰੋਈ ਦੇ ਅੰਦਰ ਹੈ। ਇਹਦੇ ਇਰਦ ਗਿਰਦ ਤਕਰੀਬਨ 10 ਤੋਂ 15 ਕਿਲੋਮੀਟਰ ਤੱਕ ਰੇਡੀਅਸ ਦੇ ਵਿੱਚ ਕੋਈ ਚੀਜ਼ ਨਹੀਂ ਹੈ, ਕੋਈ ਸ਼ਹਿਰੀ ਆਬਾਦੀ ਮੌਜੂਦ ਨਹੀਂ ਹੈ। ਤੇ ਰੋਈ ਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਸਿੱਧਾ ਪੱਧਰਾ ਮੈਦਾਨ ਜਿਹੜਾ ਹੈ ਲੱਭ ਕੇ ਉਹਨੂੰ ਥੋੜਾ ਬਹੁਤ ਸੈਟਮੈਂਟ ਕਰਕੇ ਤੇ ਇਸ ਜਗ੍ਹਾ ਤੇ ਇਹਨਾਂ ਨੇ ਆਪਣਾ ਇੱਕ ਫਾਰਮ ਬਣਾਇਆ ਹੋਇਆ। ਸਾਡੇ ਨਾਲ ਇਸ ਫਾਰਮ ਤੇ ਜਿਹੜੇ ਭਾਈ ਮੌਜੂਦ ਹੁੰਦੇ ਨੇ ਉਹ ਵੀ ਮੌਜੂਦ ਨੇ। ਤੇ ਭਾਈ, ਤੁਹਾਡਾ ਕੀ ਨਾਮ ਹੈ? ਮੁਹੰਮਦ ਤਾਰਿਕ ਨਾਮ ਹੈ। ਤਾਰਿਕ ਭਾਈ, ਇੱਥੇ ਇਹ ਫਾਰਮ ਕਿੰਨੇ ਅਰਸੇ ਤੋਂ ਮੌਜੂਦ ਹੈ? ਬਈ ਤਕਰੀਬਨ 20 ਸਾਲਾਂ ਦਾ। 20 ਸਾਲ ਤੋਂ ਮੌਜੂਦ ਹੈ। ਤੇ ਇੱਥੇ ਕਿੰਨੇ ਡੰਗਰਾਂ ਦੀ ਫਾਰਮਿੰਗ ਕਰ ਰਹੇ ਹੋ ਤੁਸੀਂ? 200 ਡੰਗਰ ਦੀ। 200 ਡੰਗਰ ਹੈ। ਜੀ। ਤੇ ਇਹ ਗੋਸ਼ਤ ਵਾਲਾ ਜਾਨਵਰ ਹੈ ਜਾਂ ਦੁੱਧ ਵਾਲਾ ਜਾਨਵਰ? ਦੁੱਧ ਵਾਲਾ ਜਾਨਵਰ ਬਈ। ਦੁੱਧ ਵਾਲਾ ਜਾਨਵਰ ਹੈ। ਮੱਝਾਂ ਕਿੰਨੀਆਂ ਤੇ ਗਾਵਾਂ ਕਿੰਨੀਆਂ? ਬਈ ਮੱਝਾਂ ਫਿਲਹਾਲ 100 ਹੈ। 100 ਮੱਝਾਂ ਨੇ। ਹਾਂ, ਬਾਕੀ ਜਾਨਵਰ ਚਲੇਗਾ ਕੁਰਬਾਨੀ ਵਾਸਤੇ, ਕੋਈ ਤਿਆਰ ਕੀਤਾ ਜੀ ਚਲੇਗਾ। ਅੱਛਾ। ਤੇ ਇਹ ਜਿਹੜੇ ਕਬੂਤਰ ਨੇ ਬਾਜ਼ੀ ਵਾਲੇ ਨੇ ਜਾਂ ਵੈਸੇ ਹੀ ਨੇ? ਇਹ ਵੈਸੇ ਸ਼ੌਕ ਦੇ ਸ਼ੌਕੀਆ ਤੌਰ ਤੇ ਰੱਖੇ ਨੇ। ਤਾਂ ਇੱਥੇ ਫਾਰਮ ਤੋਂ ਇਲਾਵਾ ਹੋਰ ਆਪਣਾ ਕੀ ਕਾਰੋਬਾਰ ਹੈ? ਹੋਰ ਬਈ ਕੋਈ ਫਸਲ ਬੀਜੀ ਹੋਈ ਹੈ। ਫਸਲ ਬੀਜੀ ਹੈ। ਕਪਾਸ ਕਿੰਨੀ ਬੀਜੀ? ਤਕਰੀਬਨ 20 ਕਿੱਲੇ। ਤੇ ਇਹ ਟਿਊਬਵੈਲ ਲਾਇਆ ਕਿ ਸਵਿਮਿੰਗ ਪੂਲ ਹੈ? ਸਵਿਮਿੰਗ ਪੂਲ ਵੀ ਹੈ ਬਈ। ਇਹ ਸਵਿਮਿੰਗ ਪੂਲ ਵੀ ਹੈ ਤੇ ਟਿਊਬਵੈਲ ਵੀ ਹੈ। ਤੇ ਇਹ ਮੱਝਾਂ ਗਾਵਾਂ ਜਿਹੜੀਆਂ ਨੇ ਇੱਥੇ ਫਿਰ ਤੁਸੀਂ ਤਿਆਰ ਕਰਕੇ ਇਹਨੂੰ ਕਿੱਥੇ ਭੇਜਦੇ ਹੋ? ਕਾਕੀ ਬਈ ਇਹ ਇਹਨਾਂ ਦੇ ਕੰਨਾਂ ਤੇ ਟੈਗ ਲੱਗੇ ਹੋਏ ਨੇ। ਇਹ ਟੈਗ ਦਾ ਕੀ ਮਕਸਦ ਹੈ? ਫਾਰਮ ਦਾ ਮਾਲ ਹੁੰਦਾ ਹੈ, ਗਿਣਤੀ ਵਾਸਤੇ ਜਾਂ ਉਸ ਖੂਬਸੂਰਤੀ ਵਾਸਤੇ। ਖੂਬਸੂਰਤੀ ਵਾਸਤੇ ਤੇ ਗਿਣਤੀ ਵਾਸਤੇ। ਬੇਸਿਕਲੀ ਇਹਦੇ ਉੱਤੇ ਨੰਬਰ ਲਿਖੇ ਹੋਏ ਨੇ। ਇਹ ਫਿਰ ਮਾਲ ਇੱਥੋਂ ਤਿਆਰ ਹੋ ਕੇ ਅੱਗੇ ਜਾਏਗਾ, ਕਰਾਚੀ ਜਾਏਗਾ। ਸਹੀ ਹੈ। ਤੇ ਇਹ ਜਦੋਂ ਤੁਸੀਂ ਇਹਦੀ ਖਰੀਦ ਕਰਦੇ ਹੋ, ਛੋਟੇ ਛੋਟੇ ਹੋਣਗੇ? ਇਹ ਆਪਦੇ ਮੱਝਾਂ ਦਾ ਮਾਲ ਦੂਜਿਆਂ ਦਾ ਮਾਲ। ਹਾਂ। ਉਹਨਾਂ ਨੇ ਅਲੱਗ ਕਰਕੇ ਤੇ ਤਿਆਰ ਕਰੀ ਜਾਨਵਰ ਕੋਲ ਫਿਰ ਫਿਰ ਇਹ ਕਰਾਚੀ ਜਿਹੜਾ ਹੈ ਉੱਥੇ ਦਾ ਕੀ ਮਕਸਦ ਹੈ ਜਾਣ ਦਾ? ਇੱਥੇ ਦੁੱਧ ਵਾਲੇ ਜਾਨਵਰ ਪਹੁੰਚਾਉਂਦੇ ਨੇ। ਅੱਛਾ। ਜੇ ਦੁੱਧ ਤੇ ਸਮਝੋ ਸੂ ਪੈਣੀ ਹੋਈ ਸੀ, ਹਾਂ। ਇਹਨਾਂ ਜਰਾ ਕਰਾਚੀ ਫਾਰਮ ਸਹੀ ਹੈ। ਤੇ ਜਿਹੜੇ ਇਹਨਾਂ ਦੇ ਬੱਚੇ ਹੋਣ, ਵਿਛੜੇ ਹੋਣ, ਉਹ ਥੋੜੀ ਤਿਆਰ ਹੋ ਗਏ ਫਿਰ ਵਾਪਸ ਆ ਜਾਣਗੇ। ਨਾਜ਼ਰੀਨ, ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤਕਰੀਬਨ 100 ਮੱਝਾਂ ਮੌਜੂਦ ਨੇ। ਗਾਵਾਂ ਜਿਹੜੀਆਂ ਨੇ ਦੂਸਰੀ ਸਾਈਡ ਤੇ ਉਹਨਾਂ ਨੂੰ ਚਰਨ ਵਾਸਤੇ ਭੇਜਿਆ ਹੋਇਆ। ਤੇ ਆਜੋ ਤੁਹਾਨੂੰ ਰੋਈ ਦੇ ਇਲਾਕੇ 'ਚ ਜਿਹੜਾ ਸਵਿਮਿੰਗ ਪੂਲ ਹੈ ਉਹ ਦਿਖਾਉਂਦੇ ਆ। ਬੱਚੇ ਇੱਥੇ ਨਹਾ ਵੀ ਰਹੇ ਨੇ, ਇੰਜੋਏ ਕਰ ਰਹੇ ਨੇ। ਰੋਈ ਦੀ ਲਾਈਫ ਤੁਹਾਡੇ ਆਪਣੇ ਮੂਡ ਤੇ ਡਿਪੈਂਡ ਕਰਦੀ ਹੈ। ਤੁਸੀਂ ਚਾਹੋ ਤਾਂ ਰੋਈ ਦੀ ਲਾਈਫ ਨੂੰ ਤੁਸੀਂ ਬੜਾ ਇੰਜੋਏ ਵੀ ਕਰ ਸਕਦੇ ਹੋ, ਰਿਲੈਕਸ ਰਹਿ ਕੇ। ਬਾਕੀ ਤਮਾਮ ਦੁਨੀਆ ਤੋਂ ਨਾਤਾ ਤੋੜ ਕੇ ਤੁਸੀਂ ਇੱਥੇ ਆਪਣਾ ਸੈਪਰੇਟ ਇੰਜੋਏ ਕਰ ਸਕਦੇ ਹੋ। ਉਸ ਤੋਂ ਇਲਾਵਾ ਅਗਰ ਤੁਹਾਡਾ ਮਾਈਂਡ ਇਸ ਤਰ੍ਹਾਂ ਦਾ ਨਹੀਂ ਹੈ ਕਿ ਤੁਸੀਂ ਇਸ ਮਾਹੌਲ ਨੂੰ ਪਸੰਦ ਨਾ ਕਰੋ, ਤੇ ਹੋ ਸਕਦਾ ਕਿ ਤੁਸੀਂ ਇਸ ਮਾਹੌਲ 'ਚ ਆਉਣ ਦੇ ਅੱਧੇ ਪੌਣੇ ਘੰਟੇ ਬਾਅਦ ਹੀ ਅੱਕ ਜਾਓ ਤੇ ਤੁਸੀਂ ਇਸ ਮਾਹੌਲ ਤੋਂ ਨਿਕਲਣ ਦੀ ਕਰੋ। ਆਜੋ ਤੁਹਾਨੂੰ ਮੈਂ ਸਵਿਮਿੰਗ ਪੂਲ ਵੀ ਦਿਖਾਉਂਦੇ ਆ। ਇਹ ਦੇਖੋ ਤੁਸੀਂ, ਸ਼ਹਿਰਾਂ 'ਚ ਅਕਸਰ ਜਿਹੜੇ ਸਵਿਮਿੰਗ ਪੂਲ ਬਣਾਏ ਜਾਂਦੇ ਨੇ ਉਹਨਾਂ 'ਚ ਫਰੈਸ਼ ਵਾਟਰ ਨਹੀਂ ਹੁੰਦਾ, ਫਰੈਸ਼ ਪਾਣੀ ਨਹੀਂ ਹੁੰਦਾ। ਉਹ ਤੁਸੀਂ ਦੇਖ ਸਕਦੇ ਹੋ ਕਿ ਫਰੈਸ਼ ਪਾਣੀ ਟਰਬਾਈਨਾਂ ਦੇ ਜ਼ਰੀਏ ਇਸ ਵੈਲ 'ਚ ਆ ਰਿਹਾ, ਇਸ ਸਵਿਮਿੰਗ ਪੂਲ 'ਚ ਆ ਰਿਹਾ। ਤੇ ਇਸ ਜਗ੍ਹਾ ਤੇ ਬੱਚੇ ਨਹਾ ਰਹੇ ਨੇ। ਇਹੀ ਪਾਣੀ ਅੱਗੇ ਖਾਲਿਆਂ 'ਚ ਵੜ ਜਾਂਦਾ ਹੈ ਤੇ ਮੁxtਲਿਫ ਸਾਡੀ ਜਿਹੜੀ ਵਾਹੀ ਇੱਥੇ ਕਪਾਹ ਬੀਜੀ ਹੋਈ ਹੈ, ਸ਼ਹਿਰੀ ਬੀਜੀ ਹੈ, ਉਹਨਾਂ ਸਾਰਿਆਂ ਵਾਸਤੇ ਇੱਥੇ ਇਹ ਪਾਣੀ ਪ੍ਰੋਵਾਈਡ ਕੀਤਾ ਜਾ ਰਿਹਾ। ਲੇਕਿਨ ਮੇਨ ਚੀਜ਼ ਜਿਹੜੀ ਇੱਥੇ ਮੈਨੂੰ ਪਸੰਦ ਆਈ ਹੈ ਕਿ ਇਹਨਾਂ ਨੇ ਆ ਬੜੀ ਸਾਰੀ ਹੋਦੀ, ਇੱਕ ਬੜਾ ਸਾਰਾ ਤਲਾਬ ਬਣਾਇਆ ਜਿਹੜੀ ਜਗ੍ਹਾ ਤੇ ਅਸੀਂ ਨਹਾ ਵੀ ਸਕਨੇ ਆ ਤੇ ਅਸੀਂ ਇੰਜੋਇਮੈਂਟ ਵੀ ਕਰ ਸਕਨੇ ਆ, ਅਸੀਂ ਸਵਿਮਿੰਗ ਵੀ ਕਰ ਸਕਨੇ ਆ। ਤੇ ਇਹ ਤਾਰਿਕ ਭਾਈ ਦੱਸਿਆ ਜੇ ਕਿੰਨੇ ਅਰਸੇ ਤੋਂ ਸਵਿਮਿੰਗ ਪੂਲ ਇੱਥੇ ਮੌਜੂਦ ਹੈ? ਇਹ ਬਈ 20 ਸਾਲਾਂ 20 ਸਾਲਾਂ ਤੋਂ ਮੌਜੂਦ ਹੈ।
ਤੇ ਇਹ ਖਿਆਲ ਕਿਵੇਂ ਤੁਹਾਡੇ ਦੇਣ ਚ ਆਇਆ ਕਿ ਅਸੀਂ ਇੱਥੇ ਸਵਿਮਿੰਗ ਪੂਲ ਬਣਾਈਏ? ਮੱਝਾਂ ਰੱਖੀਆਂ ਨੇ ਉਸ ਵਾਰ ਲੜਦੇ ਨੇ ਅੱਛਾ ਇੱਥੇ ਮੱਝਾਂ ਵੀ ਨਹਾਉਂਦੀਆਂ ਨੇ ਮੱਝਾਂ ਵੀ ਤੇ ਇੱਥੇ ਬੰਦੇ ਤੇ ਡੰਗਰ ਇਕੱਠੇ ਨਹਾਉਂਦੇ ਨੇ? ਨਹੀਂ ਅਲੱਗ ਅਲੱਗ ਪਾਣੀ ਅਲੱਗ। ਬਈ ਸਾਫ਼ ਹੁੰਦਾ ਰਹਿੰਦਾ ਪਾਣੀ ਸਾਫ਼ ਹੁੰਦਾ ਰਹਿੰਦਾ ਨਿਕਲਦਾ ਰਹਿੰਦਾ ਹਾਂ ਪਾਣੀ ਵੀ ਹੁੰਦਾ ਫਿਰ ਇਸ ਪਾਣੀ ਦਾ ਇਹ ਵੀ ਫਾਇਦਾ ਕਿ ਅੱਗੋਂ ਇਹ ਖਾਲਿਆਂ ਚ ਚਲਾ ਜਾਂਦਾ ਫਸਲ ਨੂੰ ਲੱਗਦਾ ਜਾ ਫਸਲ ਨੂੰ ਵੀ ਲੱਗਦਾ। ਬਿਲਕੁਲ ਸਹੀ ਹੈ ਤੇ ਰੋਜ਼ ਦੇ ਵਿੱਚ ਇਲਾਕਾ ਗਰਮ ਹੁੰਦਾ ਨਾ ਉਹਨੂੰ ਤਾਂ ਇਸ ਜਗ੍ਹਾ ਤੇ ਜਿਹੜਾ ਜਿਵੇਂ ਟੈਂਪਰੇਚਰ ਕਿੰਨਾ ਕੁ ਹੋ ਜਾਂਦਾ? ਬਈ ਟੈਂਪਰੇਚਰ ਹੁੰਦਾ ਕੋਈ ਤਕਰੀਬਨ 48 47 50 ਡਿਗਰੀ ਤੱਕ ਚਲਾ ਜਾਂਦਾ। ਚੈੱਕ ਨਹੀਂ ਕੀਤਾ ਲੇਕਿਨ ਇੰਨਾ ਕੁ ਹੋ ਜਾਂਦਾ। ਠੀਕ ਹੋ ਗਿਆ। ਬਾਕੀ ਇਹ ਮਸ਼ੀਨਰੀ ਵੀ ਇਹਨਾਂ ਨੇ ਸਾਰੀ ਜ਼ਰਾਈ ਮਸ਼ੀਨਰੀ ਵੀ ਇੱਥੇ ਮੌਜੂਦ ਹੈ। ਇੱਥੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਸਾਡੇ ਮਸਜਿਦ ਵੀ ਮਾਸ਼ਾਅੱਲਾ ਮੌਜੂਦ ਹੈ। ਮਸਜਿਦ ਦੇ ਵਿੱਚ ਇੱਥੇ 5 ਵਕਤ ਦੀ ਨਮਾਜ਼ ਵੀ ਅਦਾ ਕੀਤੀ ਜਾਂਦੀ ਹੈ। ਉਸ ਤੋਂ ਇਲਾਵਾ ਜੁਮਾ ਮੁਬਾਰਕ ਵੀ ਇੱਥੇ ਜਿਹੜਾ ਹੈ ਹੁੰਦਾ। ਰੋਈ ਦੇ ਵਿੱਚ ਜਿਹੜੇ ਇਰਦ ਗਿਰਦ ਲੋਕ ਡੇਰੇਦਾਰੀ ਦੇ ਲੋਕ ਆਬਾਦ ਨੇ ਉਹ ਸਾਰੇ ਇਸ ਮਸਜਿਦ ਚ ਆ ਕੇ ਜੁਮੇ ਦੀ ਨਮਾਜ਼ ਵੀ ਅਦਾ ਕਰਦੇ ਨੇ ਤੇ ਰੈਗੂਲਰਲੀ 5 ਵਕਤ ਦੀ ਨਮਾਜ਼ ਵੀ ਅਦਾ ਹੁੰਦੀ ਹੈ। ਅਗਰ ਅਸੀਂ ਇੱਥੇ ਦੇਖੀਏ ਤਾਰਿਕ ਭਾਈ ਤੇ ਇੱਥੋਂ ਸ਼ਹਿਰ ਜਿਹੜਾ ਹੈ ਹਾਸਲਪੁਰ ਉਹ ਕਿੰਨਾ ਦੂਰ ਹੋਏਗਾ? 10 ਕਿਲੋਮੀਟਰ। ਤੇ ਖੈਰਪੁਰ ਤਕਰੀਬਨ 25 ਕਿਲੋ 25 ਕਿਲੋਮੀਟਰ। ਇਹ ਇਲਾਕਾ ਯਜ਼ਮਾਨ ਦਾ ਇਲਾਕਾ ਹੈ। ਹਾਂਜੀ ਯਜ਼ਮਾਨ ਤੇ ਮਰੋਟ ਦਾ ਇਲਾਕਾ ਯਾਨੀ ਕਿ ਇਹ ਜ਼ਿਲ੍ਹਾ ਬਹਾਵਲ ਨਗਰ ਜਾਂ ਡਿਵੀਜ਼ਨ ਬਹਾਵਲਪੁਰ ਦਾ ਇਲਾਕਾ ਹੈ। ਇਹ ਨਵਾਬਾ ਦਾ ਜਿਹੜਾ ਇਲਾਕਾ ਹੈ ਜੀ ਰਿਆਸਤ ਬਹਾਵਲਪੁਰ ਉਹਦੀ ਇੱਕ ਡਿਸਟ੍ਰਿਕਟ ਹੈ। ਉਹਦਾ ਇੱਕ ਡਿਸਟ੍ਰਿਕਟ ਹੈ ਜ਼ਿਲ੍ਹਾ ਬਹਾਵਲ ਨਗਰ। ਉਹਦੇ ਅੰਡਰ ਇਹ ਸਾਰਾ ਇਲਾਕਾ ਆਉਂਦਾ। ਯਜ਼ਮਾਨ ਤਹਿਸੀਲ ਜਿਹੜੀ ਆ ਬਹਾਵਲਪੁਰ ਦੀ ਤਹਿਸੀਲ ਹੈ ਤੇ ਮਰੋਟ ਤਹਿਸੀਲ ਜਿਹੜੀ ਆ ਉਹ ਬਹਾਵਲ ਨਗਰ ਦੀ ਸਬ ਤਹਿਸੀਲ ਹੈ। ਤੇ ਇਹ तमाम ਰੋਈ ਜਿਹੜੀ ਆ ਮਰੋਟ ਤੇ ਯਜ਼ਮਾਨ ਦੇ ਏਰੀਆ ਦੇ ਅੰਡਰ ਆਂਦੀ ਹੈ। ਖੁਦਾ ਨਾ ਖਾਸਤਾ ਅਗਰ ਕੋਈ ਇੱਥੇ ਹਾਦਸਾ ਪੇਸ਼ ਆ ਜਾਂਦਾ ਹੈ ਤੇ ਉਸ ਹਾਦਸੇ ਦੀ ਤਹਿਕੀਕਾਤ ਮੁਤਲਕਾ ਥਾਣਾ ਮਰੋਟ ਜਾਂ ਯਜ਼ਮਾਨ ਦੀ ਜਿਹੜੀ ਪੁਲਿਸ ਹੈ ਉਹ ਸਰੰਜਾਮ ਦੇਗੀ। ਉਸ ਕੇਸ ਨੂੰ ਹੱਲ ਕਰਨਾ ਹੈ। ਐਸਾ ਤਰ੍ਹਾਂ ਠੀਕ ਹੈ ਜੀ। ਬਹੁਤ ਸ਼ੁਕਰੀਆ ਤਾਰਿਕ ਭਾਈ, ਮਿਹਰਬਾਨੀ। ਥੈਂਕ ਯੂ ਨਾਜ਼ਰੀਨ। ਇਨਸ਼ਾਅੱਲਾ ਤਾਲਾ ਅਸੀਂ ਤੁਹਾਨੂੰ ਇਸੇ ਤਰ੍ਹਾਂ ਦੇ ਮੁਖਤਲਿਫ ਵਲੌਗਸ ਲਾਜ਼ਮੀ ਦਿਖਾਉਂਦੇ ਰਵਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਵੀ ਕਰੋ ਤੇ ਸਾਡੀ ਵੀਡੀਓਜ਼ ਨੂੰ ਸ਼ੇਅਰ ਵੀ ਕਰੋ। ਅੱਲਾਹ ਹਾਫਿਜ਼।